ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਿਹਨ ਅਰ ਵਰਨ ਜਾਤ ਹਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤ ਰੇਨ ਜਿਹੇ ਲਗ ਭਵ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੁ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਭਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ। ਭਰਮ ਕੀ ਟਾਟੀ ਰਹਿ ਨ ਮਾਇਆ ਬਾਂਧੀ। ਦੁਛਤੇ ਕੀ ਦੋਇ ਥੂਨ ਗਿਰਾਨੀ ਮੋਹ ਬਲੇਢਾ ਟੂਟਾ। ਤਿਸਨਾ ਛਾਨ ਪਰੀ ਧਰੇ ਉਪਰ ਦੁਰਮਤ ਭਾਂਡਾ ਫੂਟਾ। ਆਂਦੀ ਪਾਛਾ ਜੋ ਜਲ ਵਰਖੈ ਤੇ ਤੇਰਾ ਜਨ ਪੀਨਾ। ਕਹਿ ਕਬੀਰ ਮਨ ਭਇਆ ਪ੍ਰਗਾਸਾ। ਉਦੈ ਭਾਨ ਜਬ ਚੀਨਾ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖ ਬਿਖ ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ ਨੂਰ ਅਰਸੋ ਕੁਰਸੋ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ। ਸੱਜਣ ਸੱਚਾ
ਪਾਤ ਸਾਹੋ ਸਿਰ ਸਾਹਾਦ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਗੁਰ ਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ। ਜਨਮ ਜਨਮ ਕੀ ਮੈਲ ਗਏ। ਗੁਰ ਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ। ਜਨਮ ਜਨਮ ਕੀ ਮੈਲ ਗਏ। ਰਹਾਉ ਨਿਵਰ ਦੂਤ ਦੁਸ਼ਟ ਬੈਰਾਏ। ਗੁਰ ਪੂਰੇ ਕਾ ਜਪਿਆ ਜਾਪ। ਕਹਾਂ ਕਰੈ ਕੋਈ ਬੇਚਾਰਾ। ਪ੍ਰਭ ਮੇਰੇ ਕਾ ਬੜ ਪਰਤਾਪ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਕੇ ਸਰਨ ਪਰਿਓ ਨਾਨਕ ਦਾਸ। ਜਾਤੇ ਊਪਰ ਕੋ ਨਾਹੀ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਕੇ ਸਰਨ ਪਰਿਓ ਨਾਨਕ ਦਾਸ। ਜਾਤੇ ਊਪਰ ਕੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਸਾਧ ਸੰਗਤ ਸੱਚਖੰਡ ਹੈ। ਆਏ ਝਰੋਖੈ ਖੋਲੈ ਬਾਰੀ। ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਬਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਮਨੁੱਖੀ ਜ਼ਿੰਦਗੀ ਦਾ ਪ੍ਰਯੋਜਨ ਜਾਣਨੇ ਲਈ ਮਾਨਵੀ ਸਰੀਰ ਦਾ ਮਨੋਰਥ ਸਮਝਣ ਲਈ ਸਤ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਵਿਚਾਰ ਕਰਨੀ ਤੇ ਸੁਣਨੀ ਅਤੀ ਜ਼ਰੂਰੀ ਹੈ। ਜਦੋਂ ਤੱਕ ਅਸੀਂ ਗੁਰਬਾਣੀ ਨੂੰ ਨਹੀਂ ਵਿਚਾਰਦੇ ਉਤਨੀ ਦੇਰ ਤੱਕ
ਸਾਡਾ ਪ੍ਰਯੋਜਨ ਕੀ ਹੈ ਜ਼ਿੰਦਗੀ ਦਾ, ਕਿਉਂ ਮਿਲਿਆ ਹੈ ਇਹ ਮਨੁੱਖੀ ਜੀਵਨ, ਇਹਦੇ ਵਿੱਚ ਆ ਕੇ ਅਸੀਂ ਕੀ ਪ੍ਰਾਪਤ ਕਰਨਾ, ਕੀ ਹਾਸਲ ਕਰਨਾ ਤੇ ਕੀ ਤਿਆਗਣਾ ਹੈ। ਇਹਦਾ ਬੋਧ, ਇਹਦਾ ਗਿਆਨ ਗੁਰਬਾਣੀ ਦੇ ਵਿਚਾਰ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰਬਾਣੀ ਜੀਵਨ ਜਾਚ ਹੈ। ਗੁਰਬਾਣੀ ਸਾਡੇ ਅੰਧਿਆਰੇ ਜੀਵਨ ਦੇ ਵਿੱਚ ਚਾਨਣਾ ਹੈ। ਇਸੇ ਕਰਕੇ ਗੁਰੂ ਕਾਲ ਤੋਂ ਇਹ ਮਰਜ਼ਾਦਾ ਚਲਦੀ ਆ ਰਹੀ ਹੈ ਕਿ ਨਿਤਾ ਪ੍ਰਤੀ ਜਦੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ, ਉਸ ਤੋਂ ਉਪਰੰਤ ਸਤਿਗੁਰਾਂ ਦੇ ਸ਼ਬਦ ਦੀ, ਗੁਰਬਾਣੀ ਦੀ ਵਿਚਾਰ ਦੀ ਮਰਿਆਦਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦੇਵ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਆਓ ਕੁਝ ਸਮੇਂ ਲਈ ਸਤਿਗੁਰਾਂ ਦੇ ਚਰਨ ਕਮਲਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਗੁਰਪੂਰੈ ਮੇਰੇ ਰਾਖ ਲਏ। ਰਾਗ ਬਿਲਾਵਲ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ। ਪੂਰੇ ਗੁਰੂ ਨੇ ਦਇਆ ਕਰਕੇ, ਰਹਿਮਤ ਕਰਕੇ ਮੇਰੀ ਪੱਤ ਰੱਖ ਲਈ ਹੈ, ਮੇਰੀ ਪੈਜ ਰੱਖ ਲਈ ਹੈ। ਗੁਰਪੂਰੈ ਮੇਰੀ ਰਾਖ ਲਈ। ਪੂਰੇ ਗੁਰੂ ਨੇ ਮੇਰੀ ਪੈਜ, ਮੇਰੀ ਪੱਤ ਰੱਖ ਲਈ ਹੈ। ਪੱਤ ਰੱਖਣ ਵਾਲਾ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਹੈ ਤੇ ਨਿਰੰਕਾਰ ਦਾ ਸਵਰੂਪ ਸਤਿਗੁਰੂ ਜੀ ਨੇ। ਇਸ ਸੰਸਾਰ ਵਿੱਚ, ਸਮਾਜ ਵਿੱਚ ਇੱਕ ਦੂਸਰੇ ਦੀ ਪੱਤ ਲਾਉਣ ਵਾਲੇ ਤੁਹਾਨੂੰ ਬਹੁਤ ਮਿਲਣਗੇ, ਜਿਨ੍ਹਾਂ ਦਾ ਯਤਨ ਹੁੰਦਾ ਹੈ ਕਿ ਕਿਵੇਂ ਤੇ ਕਿਸ ਪ੍ਰਕਾਰ ਨਾਲ ਇਸ ਦੀ ਪੱਤ ਨੂੰ ਖਤਮ ਕਰੀਏ, ਰੋਲੀਏ, ਇਹਦੀ ਬੇਇੱਜ਼ਤੀ ਕਰੀਏ, ਨਿਰਾਦਰ ਕਰੀਏ, ਇਹਨੂੰ ਮਹਿਸੂਸ ਕਰਾਈਏ ਕਿ ਹੀਣ ਹੈ। ਕਿਸੇ ਸਮੇਂ ਬ੍ਰਾਹਮਣਾਂ ਦਾ ਯੁੱਗ ਰਿਹਾ। ਉਸ ਯੁੱਗ ਦੇ ਵਿੱਚ, ਬ੍ਰਾਹਮਣ ਕਾਲ ਦੇ ਵਿੱਚ ਨੀਵਾਂ ਵਿਖਾਇਆ ਜਾਂਦਾ ਸੀ, ਹੀਣ ਭਾਵ ਮਹਿਸੂਸ ਕਰਾਇਆ ਜਾਂਦਾ ਸੀ ਸ਼ੂਦਰ ਵਰਣ ਤੇ ਵੈਸ਼ ਵਰਣ ਦੇ ਲੋਕਾਂ ਨੂੰ। ਜੇ ਕਿਤੇ ਉਹ ਭਜਨ ਵਾਲੇ ਪਾਸੇ ਪ੍ਰੇਰਿਤ ਹੋ ਕੇ ਆਉਂਦੇ ਤਾਂ ਉਹਨਾਂ ਨੂੰ ਅਨੇਕ ਪ੍ਰਕਾਰ ਦੀ ਤਾੜਨਾ ਕਰਨੀ। ਜੇ ਕਿਤੇ ਕਿਸੇ ਬ੍ਰਾਹਮਣ ਦੇ ਸਾਹਮਣੇ ਆ ਜਾਣਾ ਤਾਂ ਤਾੜਨਾ ਕਰਨੀ। ਇਹਨਾਂ ਦੀ ਕਿਸੇ ਵਸਤੂ ਨੂੰ ਛੂਹ ਦੇਣ ਤਾਂ ਤਾੜਨਾ ਕਰਨੀ। ਏਦਾਂ ਦਾ ਇਹ ਸਮਾਜ ਦਾ ਵਰਤਾਰਾ ਰਿਹਾ। ਕਦੇ ਜਾਤੀ ਦੇ ਨਾਂ ਤੇ, ਕਦੇ ਨੀਵੇਂ ਵਰਣ ਦੇ ਨਾਂ ਦੇ ਉੱਤੇ ਇੱਕ ਦੂਜੇ ਨੂੰ ਛੋਟਾ ਕਰਕੇ, ਨੀਵਾਂ ਕਰਕੇ ਸਾਬਤ ਕਰਨ ਦਾ ਯਤਨ ਰਿਹਾ। ਮੈਂ ਚੰਗਾ, ਮੈਂ ਸ੍ਰੇਸ਼ਟ ਹਾਂ, ਮੈਂ ਸਰਵੋਤਮ। ਸਮਾਂ ਬੀਤਦਾ ਪਰ ਸਮਾਜ ਦੀਆਂ ਜਿਹੜੀਆਂ ਇਹ ਖਾਮੀਆਂ ਹੁੰਦੀਆਂ ਨੇ, ਸਮਾਜ ਦੇ ਨਾਲ ਨਾਲ ਹੀ ਚੱਲਦੀਆਂ ਹੁੰਦੀਆਂ। ਭਾਵੇਂ ਬਾਹਰੀ ਤੌਰ ਤੇ ਬਹੁਤ ਤਰੱਕੀ ਮਨੁੱਖ ਕਰ ਜਾਂਦਾ ਹੈ, ਪਰ ਅੰਤਰੀਵੀ ਤੌਰ ਤੇ ਉੱਥੇ ਦੀ ਉੱਥੇ ਹੀ ਸੁਰਤ ਖੜੀ ਹੁੰਦੀ ਹੈ। ਸਵਰੂਪ ਤਬਦੀਲ ਹੋ ਜਾਂਦਾ ਹੈ। ਹੁਣ ਵੀ ਕੁਝ ਇਸੇ ਤਰ੍ਹਾਂ ਦਾ ਹੀ ਵਰਤਾਰਾ ਵਰਤਮਾਨ ਦੇ ਵਿੱਚ ਵਰਤਦਾ ਅਸੀਂ ਅਕਸਰ ਵੇਖਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੋਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤਰਸ ਕੀਤਾ, ਦਇਆ ਕੀਤੀ, ਰਹਿਮਤ ਕੀਤੀ। ਪੰਜਵੇਂ ਪਾਤਸ਼ਾਹ ਨੇ ਹੋਰ ਮਹਾਨ ਕਿਰਪਾ ਕੀਤੀ। ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸੀ,
ਉਹਨਾਂ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਆਪਣੇ ਬਰਾਬਰ ਦਾ ਰੁਤਬਾ ਦੇ ਕੇ ਸਤਿਕਾਰ ਦਿੱਤਾ ਹੈ। ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਦਾ ਸੁਭਾਅ ਹੈ, ਬਾਣ ਹੈ ਕਿ ਉਹ ਆਪਣੇ ਸੇਵਕਾਂ ਦੀ, ਆਪਣੇ ਜਨਾਂ ਦੀ ਪੱਤ ਰੱਖਦਾ, ਆਪਣੇ ਸੇਵਕਾਂ ਦੀ ਪੈਜ ਰੱਖਦਾ। ਇਹ ਉਹਦਾ ਮੁੱਢ ਕਦੀਮੀ ਸੁਭਾਅ ਹੈ। ਕਬੀਰ ਜੀ ਜੈਸੇ ਮਹਾਂਪੁਰਸ਼ਾਂ ਦੀ ਜੀਵਨੀ ਪੜ੍ਹੀਏ, ਰਵਿਦਾਸ ਜੀ ਜੈਸੇ ਮਹਾਂਪੁਰਸ਼ਾਂ ਦੀ ਜੀਵਨੀ ਪੜ੍ਹੀਏ ਤਾਂ ਅਨੇਕਾਂ ਘਟਨਾਵਾਂ ਐਸੀਆਂ ਉਹਨਾਂ ਦੇ ਜੀਵਨ ਵਿੱਚ ਘਟੀਆਂ ਜਦੋਂ ਉਹਨਾਂ ਦੇ ਸਮਕਾਲੀ ਕੁਝ ਲੋਕਾਂ ਨੇ ਚਾਹਿਆ ਕਿ ਇਹਨਾਂ ਦੀ ਹੇਠੀ ਹੋਵੇ। ਜਾਣ ਬੁੱਝ ਕੇ ਰੌਲਾ ਪਾ ਦਿੱਤਾ ਕਬੀਰ ਜੀ ਬਾਰੇ ਕਿ ਆਖੇ ਜੀ ਕਬੀਰ ਜੀ ਨੇ ਘਰ ਦੇ ਵਿੱਚ ਲੰਗਰ ਲਾਇਆ ਹੋਇਆ, ਭੋਜਨ ਲਾਇਆ ਹੋਇਆ, ਜਿਹੜਾ ਆਉਂਦਾ ਉਹਨੂੰ ਭੋਜਨ ਵੀ ਦਿੰਦੇ ਆ, ਨਾਲੇ ਪੈਸੇ ਵੀ ਦਿੰਦੇ ਆ। ਕਬੀਰ ਜੀ ਦੇ ਘਰ ਦਾ ਆਲਮ ਐਸਾ ਸੀ ਕਿ ਆਪਣੇ ਘਰ ਵਿੱਚ ਆਪਣੇ ਲਈ ਰੋਟੀ ਪੱਕਣੀ ਵੀ ਔਖੀ ਸੀ। ਲੋਕਾਂ ਦਾ ਹਜੂਮ ਇਕੱਠਾ ਹੋ ਕੇ ਮਹਾਰਾਜ ਕਬੀਰ ਜੀ ਦੇ ਘਰ ਪਹੁੰਚ ਗਿਆ। ਕਬੀਰ ਜੀ ਮਹਾਰਾਜ ਜੀ ਨੇ ਵੇਖਿਆ ਕਿ ਇੰਨੇ ਲੋਕ ਆ ਗਏ ਨੇ, ਇਹਨਾਂ ਨੂੰ ਭੋਜਨ ਕਿਵੇਂ ਛਕਾਵਾਂਗੇ। ਆਪ ਹੀ ਉੱਥੋਂ ਅਲੋਪ ਹੋ ਗਏ ਵੀ ਜਦੋਂ ਕੁਝ ਹੈ ਹੀ ਨਹੀਂ ਸੀ ਘਰ ਵਿੱਚ। ਸੋਚਿਆ ਬਾਅਦ ਵਿੱਚ ਕੁਝ ਕਹਿਣਗੇ, ਬੇਇੱਜ਼ਤੀ ਦੇ, ਅਪਮਾਨ ਦੇ ਸ਼ਬਦ ਕਹਿਣਗੇ, ਕਹਿ ਕੇ ਚਲੇ ਜਾਣਗੇ। ਕਬੀਰ ਜੀ ਅਲੋਪ ਹੋ ਗਏ, ਯਾਨੀ ਕਿ ਕਿਤੇ ਗੁਪਤ ਹੋ ਗਏ। ਉਧਰ ਪਾਰ ਬ੍ਰਹਮ ਪਰਮੇਸ਼ਰ ਨੇ ਕਬੀਰ ਰੂਪ ਧਾਰਨ ਕੀਤਾ, ਸੇਵਕਾਂ ਨੂੰ ਨਾਲ ਲਿਆ। ਜਿਤਨੇ ਵੀ ਘਰ ਵਿੱਚ ਆਏ ਸਭ ਨੂੰ ਭੋਜਨ ਛਕਾਇਆ, ਸਭ ਨੂੰ ਮਾਇਆ ਦੀ ਦਕਸ਼ਿਣਾ ਵੀ ਦਿੱਤੀ। ਸਭ ਕਬੀਰ ਕਬੀਰ ਕਰਦੇ ਜਾ ਰਹੇ ਨੇ। ਜਿਨ੍ਹਾਂ ਨੇ ਸੋਚਿਆ ਸੀ ਕਿ ਕਬੀਰ ਦੀ ਹੇਠੀ ਹੋਵੇਗੀ, ਉਹਨਾਂ ਦੇ ਮੂੰਹ ਕਾਲੇ ਹੋ ਗਏ ਔਰ ਕਬੀਰ ਜੀ ਦੇ ਨਾਮ ਨੂੰ ਚਾਰ ਚੰਨ ਲੱਗ ਗਏ। ਵਾਹਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਆਪਣੇ ਸੇਵਕਾਂ ਦੀ ਪੱਤ ਰੱਖਦੇ ਨੇ, ਆਪਣੇ ਸੇਵਕਾਂ ਦੀ ਪੈਜ ਰੱਖਦੇ ਨੇ। ਇਸ ਕਰਕੇ ਇੱਥੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਗੁਰਪੂਰੈ ਮੇਰੀ ਰਾਖ ਲਈ। ਪੂਰੇ ਗੁਰੂ ਨੇ ਦਇਆ ਕਰਕੇ, ਤਰਸ ਕਰਕੇ ਮੇਰੀ ਰੱਖ ਲਈ ਹੈ। ਗੁਰਪੂਰੈ ਮੇਰੀ ਰਾਖ ਲਈ, 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 ਗੁਰਪੂਰੈ ਮੇਰੀ ਰਾਖ ਲਈ। ਅਧਿਆਤਮਕ ਤੌਰ ਤੇ ਵੇਖੀਏ ਤੇ ਜਿਹੜੇ ਵਿਕਾਰ ਨੇ ਇਹ ਵੀ ਮਨੁੱਖ ਨੂੰ ਬੇਆਬਰੂ ਕਰਦੇ, ਇਹ ਵੀ ਮਨੁੱਖ ਨੂੰ ਬੇਇੱਜ਼ਤ ਕਰਦੇ। ਕਦੇ ਕਾਮ ਆਪਣਾ ਗੁਲਾਮ ਬਣਾ ਕੇ ਇਹਨੂੰ ਆਪਣਾ ਨੌਕਰ ਬਣਾ ਕੇ ਆਪਣੇ ਵੱਲ ਖਿੱਚੀ ਫਿਰਦਾ ਹੈ, ਤੇ ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ ਤੇ ਕਦੇ ਹੰਕਾਰ। ਇਹ ਜਿਹੜੇ ਵਿਕਾਰ ਨੇ ਇਹ ਵੀ ਮਨੁੱਖ ਦੀ ਲਾਉਂਦੇ ਆ ਪੱਤ। ਤੇ ਸਤਿਗੁਰਾਂ ਦੀ ਸ਼ਰਨ ਚ ਪੈਣ ਵਾਲੇ ਜਿਹੜੇ ਗੁਰੂ ਕੇ ਸੇਵਕ ਨੇ, ਸਤਿਗੁਰੂ ਜੀ ਉਹਨਾਂ ਦੀ ਪੱਤ ਰੱਖ ਲੈਂਦੇ, ਇਹਨਾਂ ਵਿਕਾਰਾਂ ਤੋਂ ਆਪਣੇ ਸੇਵਕਾਂ ਨੂੰ ਬਚਾ ਲੈਂਦੇ ਆ, ਰੱਖ ਲੈਂਦੇ ਆ। ਇਹਨਾਂ ਵਿਕਾਰਾਂ ਨੂੰ ਆਪਣੇ ਸੇਵਕਾਂ ਦੀ ਪੱਤ ਨਹੀਂ ਲਾਉਣ ਦਿੰਦੇ। ਉੱਥੇ ਵੀ ਇਹ ਕਹਿ ਸਕਦੇ ਆ ਵੀ ਮੇਰੇ ਪੂਰੇ ਗੁਰੂ ਨੇ ਮੇਰੀ ਪੱਤ, ਮੇਰੀ ਪੈਜ ਰੱਖ ਲਈ ਹੈ, ਜਿਵੇਂ ਭਾਈ ਜੋਗਾ ਸਿੰਘ ਦੀ ਰੱਖੀ ਹੈ। ਜਿਵੇਂ ਭਾਈ ਜੋਗਾ ਸਿੰਘ ਦੀ ਪੱਤ ਰੱਖੀ ਹੈ। ਤੋ ਪੂਰੇ ਗੁਰੂ ਨੇ ਤਰਸ ਕਰਕੇ, ਦਇਆ ਕਰਕੇ ਆਪਣੇ ਸੇਵਕਾਂ ਦੀ ਪੱਤ ਰੱਖ ਲਈ, ਪੈਜ ਰੱਖ ਲਈ। ਸਰਹੰਦ ਸ਼ਹਿਰ ਦਾ ਰਹਿਣ ਵਾਲਾ ਇੱਕ ਸਿੱਖ, ਜਿਹਦਾ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਬੈਂਕ ਹੁੰਦੇ ਆ, ਇੱਦਾਂ ਦਾ ਸਿਸਟਮ ਸੀ, ਲੋਕਾਂ ਦੇ ਪੈਸੇ ਜਮ੍ਹਾਂ ਕਰਕੇ ਰੱਖ ਲੈਂਦਾ ਸੀ। ਰੱਖਣ ਬਦਲੇ ਕੁਝ ਥੋੜੇ ਬਹੁਤੇ ਪੈਸੇ ਉਹਨਾਂ ਕੋਲੋਂ ਲੈ ਲੈਂਦਾ। ਇੱਕ
ਪਠਾਨ ਉਹਨੇ 500 ਸੋਨੇ ਦੀਆਂ ਸ਼ਰਫੀਆਂ ਸਿੱਖ ਨੂੰ ਦਿੱਤੀਆਂ ਵੀ ਇਹ ਬਦਰਾ, ਇਹ ਥੈਲੀ ਤੂੰ ਆਪਣੇ ਕੋਲ ਰੱਖ ਲੈ। ਸਿੱਖ ਨੇ ਰੱਖ ਲਈ ਪਰ ਲਿਖਣਾ ਭੁੱਲ ਗਿਆ। ਥੈਲੀ ਵੀ ਦੁਕਾਨ ਦੇ ਵਿੱਚ ਕਿਸੇ ਡੂੰਘੇ ਥਾਂ ਤੇ ਰੱਖ ਦਿੱਤੀ, ਜਿੱਥੇ ਰੱਖ ਕੇ ਭੁੱਲ ਗਿਆ। 6 ਮਹੀਨਿਆਂ ਬਾਅਦ ਉਹ ਪਠਾਨ ਆਇਆ, ਕਹਿੰਦਾ ਜੀ ਮੇਰੀ ਥੈਲੀ ਸੀ ਤੁਹਾਡੇ ਕੋਲੇ, 500 ਸ਼ਰਫੀਆਂ ਨੇ ਉਹਦੇ ਚੋਂ ਦੇ ਦਿਓ। ਉਹਨੇ ਆਖਿਆ ਜੀ ਕੀ ਨਾਂ? ਉਹਨੇ ਆਪਣਾ ਨਾਂ ਪਤਾ ਦੱਸਿਆ। ਸਿੱਖ ਨੇ ਵਹੀ ਖੋਲੀ, ਖਾਤਾ ਖੋਲਿਆ ਤੇ ਉਹਦਾ ਨਾਂ ਨਹੀਂ ਲਿਖਿਆ ਹੋਇਆ। ਸਿੱਖ ਕਹਿਣ ਲੱਗਾ ਵੀ ਤੇਰਾ ਤਾਂ ਇੱਥੇ ਖਾਤੇ ਦੇ ਵਿੱਚ ਨਾਂ ਹੀ ਨਹੀਂ ਲਿਖਿਆ, ਵੀ ਤੂੰ ਝੂਠ ਬੋਲਦਾ। ਸਿੱਖ ਨੂੰ ਵੀ ਭੁੱਲਿਆ ਹੋਇਆ ਸੀ, ਪਠਾਨ ਵੀ ਸੱਚਾ। ਉਹ ਕਹਿੰਦਾ ਨਹੀਂ, ਮੈਂ ਦੇ ਕੇ ਗਿਆ ਹਾਂ 500 ਸ਼ਰਫੀਆਂ ਤੈਨੂੰ। ਵਿਵਾਦ ਵਧਿਆ। ਸਰਹੰਦ ਸ਼ਹਿਰ ਦੇ ਸੂਬੇਦਾਰ ਕੋਲ ਦੋਵਾਂ ਦਾ ਮਸਲਾ ਪਹੁੰਚਿਆ। ਉਹਨਾਂ ਵੇਲਿਆਂ ਵਿੱਚ ਇਨਸਾਫ ਦਾ ਇੱਕ ਇੱਦਾਂ ਦਾ ਇਹਨਾਂ ਦਾ ਤਰੀਕਾ ਹੁੰਦਾ ਸੀ, ਇੱਕ ਤੇਲ ਦਾ ਕੜਾਇਆ ਤਪਾਇਆ ਗਿਆ, ਕਹਿੰਦਾ ਵਿੱਚ ਹੱਥ ਪਾਓ, ਜਿਹੜਾ ਸੱਚਾ ਹੋਵੇਗਾ ਉਹਦਾ ਹੱਥ ਨਹੀਂ ਸੜੇਗਾ, ਝੂਠੇ ਦਾ ਹੱਥ ਸੜ ਜਾਏਗਾ। ਉਹ ਅਕਸਰ ਜਿਹੜੇ ਝੂਠੇ ਬੰਦੇ ਹੁੰਦੇ ਸੀ ਉਹ ਪਹਿਲਾਂ ਹੀ ਡਰ ਜਾਂਦੇ ਸੀ, ਉਹ ਹੱਥ ਪਾਉਂਦੇ ਹੀ ਨਹੀਂ ਸੀ। ਇੱਥੋਂ ਇਨਸਾਫ ਹੋ ਜਾਂਦਾ ਸੀ। ਪਠਾਨ ਨੇ ਵੀ ਹੱਥ ਪਾ ਦਿੱਤਾ ਕਿਉਂਕਿ ਉਹ ਵੀ ਸੱਚਾ ਸੀ। ਸਿੱਖ ਨੇ ਵੀ ਹੱਥ ਪਾ ਦਿੱਤਾ ਕਿਉਂਕਿ ਸਿੱਖ ਵੀ ਸੱਚਾ ਹੈ, ਕਿਉਂਕਿ ਭੁੱਲਿਆ ਹੋਇਆ ਉਹਨੂੰ ਚੇਤੇ ਨਹੀਂ ਸੀ। ਸਿੱਖ ਦੇ ਹੱਥ ਨੂੰ ਸੇਕ ਨਹੀਂ ਲੱਗਾ, ਉਹਨੇ ਸੁਖਣਾ ਸੁਖੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਿਓ। ਪਠਾਨ ਨੇ ਜਦੋਂ ਹੱਥ ਪਾਇਆ ਤੇ ਉਹਨੇ ਕਈ ਪੀਰ ਮਨਾਏ, ਫਲਾਣਾ ਪੀਰ, ਅਮਕਾ ਪੀਰ, ਉੱਥੇ ਵੀ ਚਾਦਰਾ ਚੜਾਊਂ, ਉੱਥੇ ਵੀ ਰੋਟ ਚੜਾਊਂ, ਫਲਾਣੇ ਪੀਰ ਤੇ ਵੀ ਸ਼ੀਰਨੀ ਲੈ ਕੇ ਆਵਾਂਗਾ। ਉਹਦਾ ਹੱਥ ਸੜ ਗਿਆ। ਸਿੱਖ ਨੇ ਦੁਕਾਨ ਤੇ ਆ ਕੇ ਵਿਚਾਰ ਕੀਤੀ, ਜੇ ਉਹ ਪਠਾਨ ਝੂਠਾ ਹੁੰਦਾ ਤੇ ਉਹਨੇ ਆਪਣਾ ਹੱਥ ਵਿੱਚ ਨਹੀਂ ਸੀ ਪਾਉਣਾ ਤਪੇ ਕੜਾਏ ਵਿੱਚ, ਤੇਲ ਵਿੱਚ। ਕੋਈ ਨਾ ਕੋਈ ਗੱਲ ਤਾਂ ਹੈ। ਦੁਕਾਨ ਫਰੋਲਣ ਲੱਗਾ। ਜਦੋਂ ਸਾਰੇ ਖੁੰਝੇ ਦੁਕਾਨ ਦੇ ਫਰੋਲੇ ਵੇਖੇ ਤੇ ਉਹ ਸੋਨੇ ਦੀਆਂ ਸ਼ਰਫੀਆਂ ਦੀ ਥੈਲੀ ਲੱਭ ਗਈ। ਲੈ ਕੇ ਸਿੱਖ ਪਠਾਨ ਕੋਲ ਪਹੁੰਚ ਗਿਆ। ਆਖਿਆ ਲੈ ਵੀਰਾ, ਇਹ ਤੇਰੀਆਂ ਸ਼ਰਫੀਆਂ ਨੇ। ਉਹ ਕਹਿੰਦਾ ਹੁਣ ਇਹ ਤਾਂ ਪਾਸੇ ਰੱਖ, ਪਹਿਲਾਂ ਮੈਨੂੰ ਇਹ ਦੱਸ ਵੀ ਤੇਰਾ ਹੱਥ ਸੜਿਆ ਕਿਉਂ ਨਹੀਂ? ਕਿਉਂਕਿ ਤੂੰ ਤਾਂ ਝੂਠਾ ਸੀ। ਸਿੱਖ ਕਹਿੰਦਾ ਮੈਂ ਆਪਣੇ ਪੀਰ ਨੂੰ ਮਨਾਇਆ ਸੀ। ਕਹਿੰਦਾ ਮੈਂ, ਤੂੰ ਇੱਕ ਨੂੰ ਮਨਾਇਆ ਸੀ, ਮੈਂ ਕਈਆਂ ਨੂੰ ਮਨਾਇਆ ਸੀ। ਮੈਂ ਭੁੱਲ ਗਿਆ ਸੀ, ਤੇ ਜੇ ਭੁੱਲਿਆ ਹੋਵੇ ਮਨੁੱਖ ਉਹਨੂੰ ਝੂਠਾ ਨਹੀਂ ਕਹਿ ਸਕਦੇ। ਮੇਰੇ ਗੁਰੂ ਨੇ, ਮੇਰੇ ਪੀਰ ਨੇ ਮੇਰੀ ਪੱਤ ਰੱਖ ਲਈ। ਕਹਿੰਦਾ ਫਿਰ ਐਸੇ ਗੁਰੂ ਦੇ ਦਰਸ਼ਨ ਮੈਨੂੰ ਵੀ ਕਰਾਓ। ਪਠਾਨ ਨੂੰ ਨਾਲ ਲਿਆ, ਸਤਿਗੁਰਾਂ ਦੀ ਸ਼ਰਨ ਗੁਰੂ ਅਰਜਨ ਸਾਹਿਬ ਦੇ ਪਾਸ ਪਹੁੰਚੇ। ਮਹਾਰਾਜ ਜੀ ਦੇ ਕੋਲ ਆ ਕੇ ਮੱਥਾ ਟੇਕ ਕੇ ਨੇ ਸਵਾਲ ਕੀਤਾ, ਜੀ ਤੁਹਾਡਾ ਸਿੱਖ ਝੂਠਾ ਸੀ, ਇਹਦਾ ਹੱਥ ਨਹੀਂ ਸੜਿਆ, ਮੈਂ ਸੱਚਾ ਸੀ, ਮੇਰਾ ਹੱਥ ਸੜ ਗਿਆ, ਇਹਦਾ ਕਾਰਨ ਕੀ ਹੈ? ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਝੂਠਾ ਨਹੀਂ ਸੀ, ਇਹ ਭੁੱਲ ਗਿਆ ਸੀ, ਤੇ ਭੁੱਲਿਆ ਹੋਣ ਕਰਕੇ, ਹੁਣ ਭੁੱਲੇ ਹੋਏ ਨੂੰ ਝੂਠਾ ਕਿਵੇਂ ਕਹਿ ਸਕਦੇ ਹਾਂ? ਇਹਨੇ ਸਾਡੇ ਚਰਨਾਂ ਦਾ ਆਸਰਾ ਤੱਕਿਆ ਤੇ ਅਸੀਂ ਇਹਦੀ ਪੱਤ ਰੱਖ ਲਈ ਹੈ। ਕਹਿੰਦਾ ਜੀ ਮੈਂ ਵੀ ਪੀਰ ਮਨਾਏ। ਮਹਾਰਾਜ ਕਹਿੰਦੇ ਤੂੰ ਇੱਕ ਨਹੀਂ ਅਨੇਕਾਂ ਹੀ ਮਨਾਏ ਸੀ। ਹੁਣ ਜਦੋਂ ਅਨੇਕਾਂ ਪੀਰ ਮਨਾਏ ਤੇ ਸਾਰੇ ਇੱਕ ਦੂਜੇ ਵੱਲ ਤੱਕਦੇ ਰਹੇ ਵੀ ਉਹ ਆ ਕੇ ਇਹਦੀ ਬੌੜੀ ਕਰੇਗਾ, ਦੂਜਾ ਮਨਾ ਉਹਦੀ ਸੀਰ ਨਹੀਂ ਮੰਨੀ ਇਹਨੇ, ਉਹ ਬੌੜੀ ਕਰੇਗਾ, ਆਇਆ ਕੋਈ ਵੀ ਨਹੀਂ ਤੇਰੇ ਪਾਸ। ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ,
ਉਹ ਹਾਲਾਤ ਤੇਰੇ ਨੇ। ਅਸੀਂ ਆਪਣੇ ਸੇਵਕ ਦੀ ਪੱਤ ਰੱਖਣੀ ਸੀ, ਰੱਖ ਲਈ ਹੈ। ਉਹ ਪਠਾਨ ਵੀ ਮਹਾਰਾਜ ਜੀ ਦੇ ਚਰਨੀ ਢਹਿ ਕੇ ਸਤਿਗੁਰਾਂ ਦਾ ਮੁਰੀਦ ਬਣ ਗਿਆ। ਗੁਰੂ ਪਾਤਸ਼ਾਹ ਆਪਣੇ ਸੇਵਕਾਂ ਦੀ ਪੱਤ ਰੱਖਦੇ ਆ, ਆਪਣੇ ਸੇਵਕਾਂ ਦੀ ਪੈਜ ਰੱਖਦੇ ਆ, ਮੁੱਢ ਤੋਂ ਧੁਰ ਤੋਂ ਹੀ ਰੱਖਦੇ ਆਏ ਨੇ। ਐਸੇ ਅਨੇਕਾਂ ਹੀ ਪ੍ਰਮਾਣ ਸਤਿਗੁਰਾਂ ਦੇ ਇਤਿਹਾਸ ਵਿੱਚ ਮਿਲ ਜਾਂਦੇ ਆ, ਗੁਰਦੇਵ ਦੀਆਂ ਸਾਖੀਆਂ ਵਿੱਚ ਮਿਲ ਜਾਂਦੇ ਆ। ਤੋ ਪੂਰੇ ਗੁਰੂ ਨੇ ਦਇਆ ਕਰਕੇ, ਕਿਰਪਾ ਕਰਕੇ ਮੇਰੀ ਪੈਜ ਰੱਖ ਲਈ ਹੈ। ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ। ਮੈਨੂੰ ਅੰਮ੍ਰਿਤ ਨਾਮ ਦੀ ਦਾਤ ਮੇਰੇ ਗੁਰਦੇਵ ਨੇ ਮੇਰੇ ਹਿਰਦੇ 'ਚ ਦੇ ਦਿੱਤੀ ਹੈ। ਮੇਰੇ ਹਿਰਦੇ ਵਿੱਚ ਆਪਣਾ ਅੰਮ੍ਰਿਤ ਨਾਮ ਵਸਾ ਦਿੱਤਾ ਹੈ। ਸਾਹਿਬ ਜੀ ਦਾ ਅੰਮ੍ਰਿਤ ਨਾਮ ਮੇਰੇ ਹਿਰਦੇ 'ਚ ਵਸ ਗਿਆ, ਜਿਸ ਦੀ ਕਿਰਪਾ ਸਦਕਾ ਜਨਮਾਂ ਜਨਮਾਂ ਦੀ ਮੈਲ ਮੇਰੇ ਅੰਦਰੋਂ ਚਲੀ ਗਈ ਹੈ। ਜਨਮ ਜਨਮ ਕੀ ਮੈਲ ਗਈ। ਜਨਮਾਂ ਜਨਮਾਂ ਦੀ ਮੈਲ ਉਹ ਮੇਰੇ ਹਿਰਦੇ 'ਚੋਂ ਚਲੀ ਗਈ ਹੈ, ਨਿਰਵਿਰਤ ਹੋ ਗਈ ਹੈ। ਰਹਾਉ ਨਿਵਰੇ ਦੂਤ ਦੁਸ਼ਟ ਬਹਿਰਾਏ, ਗੁਰਪੂਰੇ ਕਾ ਜਪਿਆ ਜਾਪ। ਖਾਲਸਾ ਜੀ, ਜਿਹੜਾ ਨਾਮ ਹੈ ਨਾ, ਇਹ ਸਾਡੇ ਅੰਤਸ਼ਕਰਨ ਦੀ ਮੈਲ ਨੂੰ ਕੱਟਦਾ ਹੈ, ਅੰਤःਕਰਨ ਦੀ ਮੈਲ ਦੀ ਨਿਰਵਿਰਤੀ ਕਰਦਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਅਭਿਆਸੀਆਂ ਵਾਸਤੇ ਬਚਨ ਲਿਖੇ ਨੇ, ਕਿਉਂਕਿ ਖੁਦ ਭਾਈ ਵੀਰ ਸਿੰਘ ਜੀ ਆਪ ਬੜੇ ਵੱਡੇ ਅਭਿਆਸੀ ਸਨ, ਸਾਧਕ ਸਨ। ਉਹ ਕਹਿੰਦੇ ਨਾਮ ਦੀ ਕਮਾਈ ਕਰਦਿਆਂ, ਨਾਮ ਦਾ ਸਿਮਰਨ ਕਰਦਿਆਂ, ਜਦੋਂ ਮਨ ਵਿਚਲਿਤ ਰਹਿੰਦਾ, ਟਿਕਦਾ ਨਹੀਂ, ਚੰਚਲਤਾਈ ਦੇ ਵਸ ਹੋ ਕੇ ਸੱਜੇ ਖੱਬੇ ਭੱਜਦਾ ਹੈ, ਤੇ ਜਿਵੇਂ ਜਿਵੇਂ ਤੁਸੀਂ ਸਿਮਰਨ ਕਰਦੇ ਚਲੇ ਜਾਓਗੇ, ਕਹਿੰਦੇ ਜੇ ਉਹ ਨਹੀਂ ਟਿਕ ਰਿਹਾ ਤਾਂ ਸਮਝ ਲਓ ਕਿ ਉਹਦੀ ਮੈਲ ਕੱਟੀ ਜਾ ਰਹੀ ਹੈ, ਉਹਦੀ ਮੈਲ ਧੋਤੀ ਜਾ ਰਹੀ ਹੈ, ਤੇ ਉਹਦੇ ਕਰਕੇ ਉਹ ਵਿਆਕੁਲ ਹੋ ਰਿਹਾ ਹੈ। ਜਿਵੇਂ ਜਿਵੇਂ ਨਾਮ ਸਿਮਰਨ ਦੀ ਕਮਾਈ ਕਰਦਿਆਂ ਕਰਦਿਆਂ ਉਸ ਦੀ ਮੈਲ ਘਟੇਗੀ, ਮੈਲ ਦੀ ਨਿਰਵਿਰਤੀ ਹੋਵੇਗੀ, ਤਿਵੇਂ ਤਿਵੇਂ ਉਹ ਟਿਕਾ ਵਿੱਚ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ। ਪਰ ਉੱਥੇ ਤੱਕ ਅਸੀਂ ਪਹੁੰਚਦੇ ਨਹੀਂ, ਪਹਿਲਾਂ ਹੀ ਘਬਰਾ ਜਾਂਦੇ ਹਾਂ। ਉੱਥੇ ਤੱਕ ਤਾਂ ਪਹੁੰਚਦੇ ਨਹੀਂ, ਪਹਿਲਾਂ ਹੀ ਵਿਚਲਿਤ ਹੋ ਕੇ ਕਹਿੰਦੇ ਫਿਰਨੇ ਆ ਜੀ ਸਾਡਾ ਸਿਮਰਨ ਵਿੱਚ ਮਨ ਨਹੀਂ ਲੱਗਦਾ। ਸਿਮਰਨ ਸ਼ੁੱਧ ਹੈ, ਮਨ ਮਲੀਨ ਹੈ। ਮਲੀਨ ਮਨ ਦੇ ਵਿੱਚ ਜਿਵੇਂ ਜਿਵੇਂ ਸਿਮਰਨ ਸਾਧਨਾ ਵਧੇਗੀ, ਤਿਵੇਂ ਤਿਵੇਂ ਹੀ ਸ਼ੁੱਧ ਹੋਵੇਗਾ ਨਾ। ਇੱਕ ਦਿਨ ਵਿੱਚ ਤਾਂ ਹੋਣਾ ਨਹੀਂ ਹੈ। ਹੋ ਜੇ ਤਾਂ ਇੱਕ ਛਿਨ ਵਿੱਚ ਹੋ ਜਾਏ ਤਾਂ ਗੁਰੂ ਸਾਹਿਬ ਦੀ ਖੇਡ ਹੈ, ਤੇ ਨਾ ਹੋਵੇ ਤੇ ਸ਼ਾਇਦ ਇੱਕ ਜਨਮ ਵੀ ਪੂਰਾ ਲੱਗ ਜਾਏ। ਤੋ ਜਿਵੇਂ ਜਿਵੇਂ ਸਿਮਰਨ ਕਰਾਂਗੇ, ਮਹਾਰਾਜ ਜੀ ਕਹਿੰਦੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਹੈ ਉਹ ਕੱਟੀ ਜਾਏਗੀ। ਕਹਿੰਦੇ ਜਦੋਂ ਮੈਂ ਆਪਣੇ ਪੂਰੇ ਗੁਰੂ ਦਾ ਜਾਪ ਜਪਿਆ, ਮੇਰੇ ਜਿਤਨੇ ਦੂਤ ਦੁਸ਼ਮਣ ਸਨ, ਵਿਕਾਰ ਸਨ, ਉਹ ਸਾਰੇ ਦੁਸ਼ਮਣ ਤੇ ਦੂਤ ਨਿਰਵਿਰਤ ਹੋ ਗਏ। ਨਿਵਰੇ ਦੂਤ ਦੁਸ਼ਟ ਬਹਿਰਾਈ, ਜਿਹੜੇ ਮੇਰੇ ਵੈਰੀ ਸੀ ਨਾ, ਦੁਸ਼ਟ, ਜੋ ਮੇਰੇ ਨਾਲ ਵੈਰ ਵਿਰੋਧ ਰੱਖਣ ਵਾਲੇ, ਕਾਮ ਕ੍ਰੋਧ ਈਰਖਾ ਬਖੀਲੀ, ਇਹ ਜਿਤਨੇ ਵਿਕਾਰ ਸੀ, ਇਹ ਸਾਰੇ ਸਤਿਗੁਰਾਂ ਦਾ ਜਾਪ ਜਪ ਕੇ ਨਿਰਵਿਰਤ ਹੋ ਗਏ। ਜਦੋਂ ਮੈਂ ਆਪਣੇ ਪੂਰੇ ਗੁਰੂ ਦਾ ਜਾਪ ਜਪਿਆ ਤਾਂ ਇਹ ਸਾਰੇ ਦੁਸ਼ਮਣ, ਇਹ ਸਾਰੇ ਦੂਤ ਮੇਰੇ ਤੋਂ ਨਿਰਵਿਰਤ ਹੋ ਗਏ। ਹਾਂਜੀ। ਕਹਾ ਕਰੈ ਕੋਈ ਵਿਚਾਰ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਮੇਰੇ ਪ੍ਰਭੂ ਦਾ ਪ੍ਰਤਾਪ ਇਤਨਾ ਵੱਡਾ ਹੈ ਕਿ ਹੁਣ ਇਹਨਾਂ ਵਿੱਚੋਂ ਕੋਈ ਵਿਚਾਰਾ, ਵਿਕਾਰ ਹੁਣ ਮੇਰਾ ਕੀ ਕਰੇਗਾ। ਕਹਾ ਕਰੈ ਕੋਈ ਵਿਚਾਰਾ, ਹੁਣ ਇਹਨਾਂ ਵਿਕਾਰਾਂ ਵਿੱਚੋਂ ਕਿਹੜਾ ਕੋਈ ਵਿਕਾਰ ਆ ਕੇ ਮੇਰਾ ਕੀ ਵਿਗਾੜੇਗਾ। ਇਹ ਜਿਹੜੇ ਦੋਖ ਦੁਸ਼ਮਣ ਨੇ, ਇਹ ਆ ਕੇ ਮੇਰਾ ਕੀ ਵਿਗਾੜਨਗੇ, ਨੇੜੇ ਵੀ ਨਹੀਂ ਆਉਣੇ।
ਕਿਉਂਕਿ ਮੇਰੇ ਪ੍ਰਭੂ ਦਾ ਜਲਾਲ ਤੇ ਪ੍ਰਤਾਪ ਇਤਨਾ ਹੈ ਕਿ ਮੇਰੇ ਪ੍ਰਭੂ ਦੇ ਪ੍ਰਤਾਪ ਨੂੰ ਵੇਖਦੇ ਹੀ ਇਹ ਦੂਰ ਚਲੇ ਜਾਂਦੇ ਆ। ਮੇਰੇ ਸਾਹਿਬ ਦਾ ਪ੍ਰਤਾਪ ਹੀ ਐਸਾ ਹੈ। ਮਹਾਂਪੁਰਸ਼ ਕਹਿੰਦੇ ਅੰਮ੍ਰਿਤ ਵੇਲੇ ਜਦੋਂ ਸਮਾਂ ਹੁੰਦਾ ਨਾ ਤੇ ਉਸ ਵੇਲੇ ਕਲਯੁਗ ਜਿਹੜਾ ਉਹ ਆਪਣੇ ਦਲਿੱਦਰ ਦੀ ਚਾਦਰ ਪਾ ਦਿੰਦਾ ਸਾਰੇ ਸੰਸਾਰ ਤੇ। ਉਹ ਜਿਹੜਾ ਉਹਦੇ ਕੋਲ ਰੇਸ਼ਮ ਦਾ ਦਲਿੱਦਰ ਦਾ ਚਾਦਰ ਹੈ ਨਾ, ਉਹ ਪੈ ਜਾਂਦਾ ਸਾਰੀ ਦੁਨੀਆ ਤੇ। ਸੁਭਾਵਕ ਭਾਵੇਂ ਰਾਤ 12-1 ਵਜੇ ਤੱਕ ਕੇ ਪਾਸੇ ਪਲਟਦਿਆਂ ਰਾਤ ਕੱਟ ਦੇਵੇ, ਪਰ ਸਵੇਰੇ 3-4 ਵਜੇ ਬੜੀ ਗੂੜੀ ਨੀਂਦ ਆਉਂਦੀ। ਉਸ ਵੇਲੇ ਉਹ ਦਲਿੱਦਰ ਦਾ ਚਾਦਰਾ ਜਿਹੜਾ ਨਾ ਸਾਰੇ ਸੰਸਾਰ ਦੇ ਉੱਤੇ ਕਲਯੁਗ ਪਾ ਦਿੰਦਾ। ਮਹਾਂਪੁਰਸ਼ ਸਾਧਕ ਕਹਿੰਦੇ ਅੱਖ ਜ਼ਰੂਰ ਖੁੱਲੇਗੀ ਜੇ ਰਾਤ ਨੂੰ ਅਰਦਾਸ ਕੀਤੀ ਹੈ ਅੰਮ੍ਰਿਤ ਵੇਲੇ। ਉਸ ਵੇਲੇ ਜੇ ਦਲਿੱਦਰ ਘੇਰਨ ਲੱਗੇ ਤਾਂ ਰਸਨਾ ਤੋਂ ਕਹਿਣਾ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦਲਿੱਦਰ ਦੀ ਚਾਦਰ ਪਾੜ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਇਹ ਸਤਿਗੁਰਾਂ ਦੇ ਨਾਮ ਦਾ ਹੀ ਪ੍ਰਤਾਪ ਹੈ ਨਾ। ਜਦੋਂ ਕਲਯੁਗ ਮਿਲਿਆ ਸਤਿਗੁਰਾਂ ਨੂੰ, ਉਹਦੇ ਤੇ ਬੜਾ ਕੀਮਤੀ ਦੁਸ਼ਾਲਾ ਤੇ ਉਹਦੇ ਚ ਛੇਕ ਨਿਕਲੇ ਹੋਏ। ਭਾਈ ਮਰਦਾਨਾ ਜੀ ਪੁੱਛਦੇ ਮਹਾਰਾਜ ਵੀ ਇਹ ਦੁਸ਼ਾਲਾ ਬੜਾ ਕੀਮਤੀ ਹੈ, ਵਿੱਚ ਖੱਪੇ ਨਿਕਲੇ ਨੇ, ਸਮਝ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਕਲਯੁਗ ਨੂੰ ਹੀ ਪੁੱਛ ਲਓ। ਕਲਯੁਗ ਕਹਿੰਦਾ ਇਹ ਦਲਿੱਦਰ ਦਾ ਚਾਦਰ ਹੈ। ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਜਦੋਂ ਧੰਨ ਗੁਰੂ ਨਾਨਕ ਕਹਿ ਕੇ ਉੱਠਦੇ ਆ, ਇਹਨੂੰ ਛੇਕ ਨੂੰ ਇਹਨੂੰ ਚੀਰ ਕੇ ਬਾਹਰ ਨਿਕਲ ਜਾਂਦੇ, ਉੱਠ ਜਾਂਦੇ ਆ। ਉਹਨਾਂ ਤੇ ਫਿਰ ਮੇਰੇ ਦਲਿੱਦਰ ਦਾ ਚਾਦਰਾ ਕੰਮ ਨਹੀਂ ਕਰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਹੈ, ਸਤਿਗੁਰਾਂ ਦੇ ਨਾਮ ਦਾ ਪ੍ਰਤਾਪ ਹੈ, ਸਤਿਗੁਰਾਂ ਦੀ ਮਹਿਮਾ ਹੈ। ਕਹਿੰਦੇ ਮੇਰੇ ਪ੍ਰਭੂ ਦਾ ਇਹ ਵੱਡਾ ਪ੍ਰਤਾਪ ਹੈ ਕਿ ਜਦੋਂ ਮੈਂ ਆਪਣੇ ਪ੍ਰਭੂ ਦਾ ਜਾਪ ਜਪਿਆ ਤੇ ਹੁਣ ਇਹ ਜਿਹੜੇ ਵਿਕਾਰ ਵਗੈਰਾ ਨੇ ਇਹ ਹੁਣ ਵਿਚਾਰੇ ਕੀ ਕਰਨ। ਇਹਨਾਂ ਦਾ ਕੋਈ ਜ਼ੋਰ ਕੋਈ ਤਾਣ ਹੁਣ ਮੇਰੇ ਤੇ ਨਹੀਂ ਚੱਲਦਾ। ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ। ਮਹਾਰਾਜ ਜੀ ਕਹਿੰਦੇ ਸਿਮਰ ਸਿਮਰ ਕੇ ਆਪਣੇ ਸਾਹਿਬ ਨੂੰ, ਆਪਣੇ ਮਾਲਕ ਨੂੰ ਕਹਿੰਦੇ ਅਸੀਂ ਸੁਖ ਪ੍ਰਾਪਤ ਕੀਤਾ ਹੈ। ਔਰ ਆਪਣੇ ਮਾਲਕ ਦੇ ਪ੍ਰਭੂ ਦੇ ਜੋ ਪਵਿੱਤਰ ਚਰਨ ਕਮਲ ਹਨ, ਮੈਂ ਉਹਨਾਂ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਤਾਂ ਕਿ ਸਰਨ ਪਰਿਓ ਨਾਨਕ ਦਾਸ, ਜਾਤੇ ਊਪਰ ਕੋ ਨਾਹੀ। ਜਿਸ ਤੋਂ ਉੱਪਰ, ਜਿਸ ਤੋਂ ਪਰੇ, ਜਿਸ ਤੋਂ ਵੱਡਾ ਕੋਈ ਦੂਜਾ ਨਹੀਂ। ਮਹਾਰਾਜ ਜੀ ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ। ਜਿਸ ਤੋਂ ਵੱਡਾ, ਜਿਸ ਤੋਂ ਉੱਪਰ, ਜਿਸ ਤੋਂ ਪਰੇ ਕੋਈ ਦੂਜਾ ਨਹੀਂ। ਮੈਂ ਆਪਣੇ ਐਸੇ ਪ੍ਰਭੂ, ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ, ਉਹਦੀ ਪਨਾਹ ਵਿੱਚ ਹਾਂ।